ਸਤਿ ਸ਼੍ਰੀ ਅਕਾਲ ਜੀ। ਟੀਵੀ ਪੰਜਾਬ ਲਈ ਮੈਂ ਦਵੀ ਦਵਿੰਦਰ ਕੌਰ। ਅਸੀਂ ਚੰਡੀਗੜ੍ਹ ਦੇ ਸੈਕਟਰ 16 ਵਿੱਚ ਹਾਂ, ਕਲਾ ਭਵਨ ਵਿੱਚ। ਇੱਥੇ ਔਰਤਾਂ ਦੀ ਬਹੁਤ ਵੱਡੀ ਕਨਵੈਨਸ਼ਨ ਹੋ ਰਹੀ ਹੈ। ਇਹ ਹੈ ਫਾਰਮਰਜ਼ ਸਟਰਗਲ ਐਂਡ ਅਰਥ ਡੈਮੋਕ੍ਰੇਸੀ। ਸੋ ਇਹਨਾਂ ਨੇ ਜ਼ਮੀਨ ਦੇ ਜਿਹੜਾ ਸੰਘਰਸ਼ ਹੈ ਉਹਨੂੰ ਅਰਥ ਡੈਮੋਕ੍ਰੇਸੀ, ਜ਼ਮੀਨ ਦੀ ਜਮਹੂਰੀਅਤ ਦੀ ਗੱਲ ਕੀਤੀ ਹੈ। ਇੱਥੇ ਕਿਸਾਨ ਅੰਦੋਲਨ ਬਾਰੇ ਚਰਚਾਵਾਂ ਹੋਣੀਆਂ ਹਨ ਅਤੇ ਇਸ ਦੇ ਨਾਲ ਹੀ ਅੰਦੋਲਨ ਵਿੱਚ ਸ਼ਹੀਦ ਹੋਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਜਾਣੀ ਹੈ, ਖਾਸ ਕਰਕੇ ਕਿਸਾਨ ਔਰਤਾਂ ਨੂੰ। ਵੱਡੀ ਗੱਲ ਹੈ, ਜ਼ਿਕਰਯੋਗ ਗੱਲ ਹੈ ਕਿ ਇਸ ਕਨਵੈਨਸ਼ਨ ਵਿੱਚ ਬੋਲਣ ਲਈ ਜੋ ਕੀਨੋਟ ਸਪੀਕਰ ਹਨ ਉਹਨਾਂ ਵਿੱਚ ਡਾਕਟਰ ਵੰਦਨਾ ਸ਼ਿਵਾ, ਮੇਧਾ ਪਟਕਰ ਅਤੇ ਡਾਕਟਰ ਨਵਸ਼ਰਨ ਕੌਰ ਤੋਂ ਇਲਾਵਾ ਅੰਦੋਲਨ ਵਿੱਚ ਦਿਨ ਰਾਤ ਪਰਿਵਾਰ ਸਣੇ ਪਹਿਰਾ ਦੇਣ ਵਾਲੇ ਜਸਬੀਰ ਕੌਰ ਨੱਤ ਤੇ ਮਜ਼ਦੂਰਾਂ ਲਈ ਕੰਮ ਕਰਨ ਵਾਲੀ ਦੇਵੀ ਕੁਮਾਰੀ ਅਤੇ ਪਰਮਜੀਤ ਲੌਂਗੋਵਾਲ ਵੀ ਸ਼ਾਮਲ ਹੋ ਰਹੀਆਂ ਹਨ। ਤੇ ਉਹਨਾਂ ਨੇ ਨਿੱਠ ਕੇ ਇਹ ਵਿਚਾਰ ਕਰਨੀ ਹੈ, ਖਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਅਚਾਨਕ ਹੀ ਐਲਾਨ ਕਰ ਦੇਣ ਨਾਲ ਕਿ ਅਸੀਂ ਤਿੰਨੇ ਨਵੇਂ ਵਿਵਾਦਗ੍ਰਸਤ ਖੇਤੀ ਕਾਨੂੰਨ ਵਾਪਸ ਲੈਂਦੇ ਹਾਂ। ਇਸ ਤੋਂ ਬਾਅਦ ਇਸ ਕਨਵੈਨਸ਼ਨ ਬਾਰੇ ਭਾਵੇਂ ਭੰਬਲ ਭੂਸਾ ਪੈਦਾ ਹੋ ਗਿਆ ਸੀ ਕਿ ਇਹ ਹੋਵੇਗੀ ਕਿ ਨਹੀਂ, ਪਰ ਇਸ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਦੇ ਐਲਾਨ ਤੋਂ ਮਗਰੋਂ ਇਹ ਗੱਲ ਹੋਰ ਵੀ ਅਹਿਮ ਹੋ ਜਾਂਦੀ ਹੈ, ਇਸ ਬਾਰੇ ਚਰਚਾ ਕਰਨੀ ਹੋਰ ਵੀ ਅਹਿਮ ਹੋ ਜਾਂਦੀ ਹੈ ਤੇ ਇਹ ਕਨਵੈਨਸ਼ਨ ਸਗੋਂ ਹੀ ਲਾਜ਼ਮੀ ਤੌਰ ਤੇ ਹੋਣੀ ਜ਼ਰੂਰੀ ਹੈ। ਸੋ ਹੁਣ ਵੱਖ-ਵੱਖ ਬੁਲਾਰੇ ਦੇਖਦੇ ਹਾਂ ਕੀ ਆਖਦੇ ਹਨ। ਆਓ ਤੁਹਾਨੂੰ ਅਸੀਂ ਅੰਦਰ ਹਾਲ ਵਿੱਚ ਲੈ ਚੱਲਦੇ ਹਾਂ, ਕਨਵੈਨਸ਼ਨ ਹਾਲ ਵਿੱਚ। ਜਿਹੜੀਆਂ ਧੁੱਪਾਂ, ਗਰਮੀਆਂ, ਸਰਦੀਆਂ, ਹਾੜਾਂ ਤੇ ਹੁਨਾਲਾਂ ਦੇ ਵਿੱਚ ਸਾਡੇ ਬਜ਼ੁਰਗਾਂ ਨੇ, ਸਾਡੇ ਗੱਭਰੂਆਂ ਨੇ, ਸਾਡੀਆਂ ਮੁਟਿਆਰਾਂ ਨੇ, ਸਾਡੀਆਂ ਧੀਆਂ ਨੇ ਤੇ ਸਾਡੀਆਂ ਬਜ਼ੁਰਗ ਔਰਤਾਂ ਨੇ ਆਪਣੀਆਂ ਜ਼ਿੰਦਗੀਆਂ ਨੂੰ ਦਾਅ ਤੇ ਲਾ ਕੇ ਉੱਥੇ ਬੈਠੀਆਂ ਨੇ, ਜਿਨ੍ਹਾਂ ਦੇ ਵਿੱਚੋਂ ਸਬਰ, ਸਿਦਕ, ਹਲੀਮੀ ਦੀ ਪਰਖ ਦੇ ਵਿੱਚ ਖਰੇ ਉਤਰੇ ਨੇ। ਮੈਂ ਉਹਨਾਂ ਨੂੰ ਸਜਦਾ ਕਰਦੀ ਹਾਂ ਔਰ ਪੰਜਾਬ ਵੂਮਨ ਕਲੈਕਟਿਵ ਸੰਯੁਕਤ ਨਾਰੀ ਮੰਚ ਦੀ ਸਟੇਜ ਤੋਂ ਉਹਨਾਂ ਸਾਰੇ ਸ਼ਹੀਦਾਂ ਨੂੰ ਅਸੀਂ ਸਜਦਾ ਕਰਦੇ ਹਾਂ। ਉਹਨਾਂ ਦੇ ਸਿਰ ਤੇ ਜ਼ੁਲਮ ਅੱਗੇ ਸਿਰ ਨਾ ਨਿਵਾਉਣ ਦੀ ਜਿਹੜੀ ਰੀਤ ਮੁੱਖ ਤੌਰ ਤੇ ਪੰਜਾਬ ਦੇ ਗੱਭਰੂਆਂ ਨੇ, ਪੰਜਾਬ ਦੇ ਸਪੂਤਾਂ ਨੇ ਨਿਭਾਈ ਹੈ, ਉਹ ਇਤਿਹਾਸ ਇਸ ਨੂੰ ਦਰਜ ਕਰੇਗਾ। ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਕਿ ਸਾਡੇ ਛੋਟੇ ਜਿਹੇ ਸੱਦੇ ਤੇ ਤੁਸੀਂ ਪਿੰਡਾਂ ਚੋਂ, ਸ਼ਹਿਰਾਂ ਚੋਂ, ਚੰਡੀਗੜ੍ਹ ਚੋਂ ਇੱਥੇ ਪਹੁੰਚੇ ਹੋ। ਕੱਲ ਕੁਝ ਕਨਫਿਊਜ਼ਨ ਵੀ ਸੀ ਕਿ ਅੱਜ ਦੀ ਕਨਵੈਨਸ਼ਨ ਹੋਣੀ ਹੈ ਜਾਂ ਨਹੀਂ ਹੋਣੀ, ਕਿਉਂਕਿ ਜਦੋਂ ਬੜੇ ਇਤਿਹਾਸਿਕ ਦੌਰ ਦੇ ਵਿੱਚ ਹੋਈਏ, ਜਦੋਂ ਅਸੀਂ ਬਹੁਤ ਹੀ ਚੁਣੌਤੀ ਭਰਪੂਰ ਮੌਸਮਾਂ ਵਿੱਚ ਹੋਈਏ, ਤਾਂ ਉਹ ਇਸ ਤਰ੍ਹਾਂ ਦੇ ਦੌਰ ਦੇ ਵਿੱਚ ਫੈਸਲੇ ਜਿਹੜੇ ਲਏ ਜਾਂਦੇ ਨੇ ਉਹ ਇਤਿਹਾਸ ਵਿੱਚ ਦਰਜ ਹੋ ਜਾਂਦੇ ਨੇ। ਅਸੀਂ ਜਿਹੜੀ ਅੱਜ ਦੀ ਕਨਵੈਨਸ਼ਨ ਰੱਖੀ ਸੀ, ਇਹ ਪਹਿਲੀ ਕਨਵੈਨਸ਼ਨ ਇਸ ਸੰਯੁਕਤ ਨਾਰੀ ਮੰਚ ਵੱਲੋਂ। ਇਹਦਾ ਮੁੱਖ ਮਕਸਦ ਸੀ ਕਿ ਜਿਹੜੀਆਂ ਭੈਣਾਂ, ਜਿਹੜੀਆਂ ਸਾਡੀਆਂ ਬੀਬੀਆਂ ਨੇ ਸ਼ਹਾਦਤਾਂ ਦਿੱਤੀਆਂ ਨੇ ਕਿਸਾਨ ਅੰਦੋਲਨ ਦੇ ਵਿੱਚ, ਉਹਨਾਂ ਨੂੰ ਸਿਜਦਾ ਕੀਤਾ ਜਾਵੇ ਤੇ ਨਾਲੇ ਔਰਤਾਂ ਨੂੰ ਇਕੱਠੇ ਹੋ ਕੇ ਇੱਕ ਸੱਦਾ ਦਿੱਤਾ ਜਾਵੇ ਕਿ ਇਸ ਜੰਗ ਦੇ ਵਿੱਚ ਹਰ ਪਿੰਡ, ਹਰ ਸ਼ਹਿਰ ਦੇ ਵਿੱਚੋਂ, ਹਰ ਪਰਿਵਾਰ ਦੇ ਵਿੱਚੋਂ ਘੱਟੋ ਘੱਟ ਇੱਕ ਜੀ ਜਿਹੜਾ ਆ ਉਹ ਆਪਣਾ ਹਿੱਸੇਦਾਰੀ ਇਸ ਜੰਗ ਦੇ ਵਿੱਚ ਪਾਵੇ ਜ਼ਰੂਰ, ਕਿਉਂਕਿ ਅਸੀਂ ਇਹਨੂੰ ਦੇਸ਼ ਦੇ ਵਿੱਚ ਦੂਜੀ ਆਜ਼ਾਦੀ ਦੀ ਲੜਾਈ ਦਾ ਨਾਮ ਦਿੱਤਾ। ਕੱਲ ਗੁਰਪੁਰਬ ਦੇ ਮੌਕੇ ਮੋਦੀ ਜੀ ਨੇ ਐਲਾਨ ਕਰ ਦਿੱਤਾ ਕਿ ਅਸੀਂ ਤਿੰਨੋਂ ਕਾਨੂੰਨ ਵਾਪਸ ਲੈਣੇ ਆ। ਬੜੀ ਉਹਨਾਂ ਨੇ ਸ਼ਬਦਾਵਲੀ ਇਸ ਤਰ੍ਹਾਂ ਦੀ ਵਰਤੀ ਆ ਕਿ ਸ਼ਾਇਦ ਅਸੀਂ ਕਿਸਾਨਾਂ ਨੂੰ ਸਮਝਾਉਣ ਦੇ ਵਿੱਚ ਸਫਲ ਨਹੀਂ ਰਹੇ। ਤਾਂ ਸਾਡੀ ਹਾਲਾਂਕਿ ਉਹਨਾਂ ਦੀ ਗੱਲ ਦੇ ਵਿੱਚ ਉਹ ਹੈ ਕਿ ਜਿਹੜੀਆਂ ਅਸੀਂ ਇਹ ਨੀਤੀਆਂ ਬਣਾਈਆਂ ਸੀ ਜਾਂ ਜਿਹੜਾ ਕਾਨੂੰਨ ਬਣਾਇਆ ਸੀ ਉਹ ਹੈ ਤੇ ਬਹੁਤ ਵਧੀਆ ਸੀ ਛੋਟੇ ਕਿਸਾਨਾਂ ਦੇ ਹੱਕ ਦੇ ਵਿੱਚ, ਪਰ ਸਮਝਾਉਣ ਵਿੱਚ ਜਾਂ ਉਹਨਾਂ ਦੇ ਸਮਝਣ ਵਿੱਚ ਫਰਕ ਰਹਿ ਗਿਆ। ਉਹਦੇ ਤੇ ਕੁਝ ਲੋਕਾਂ ਨੇ ਜਸ਼ਨ ਵੀ ਮਨਾਏ ਨੇ, ਵਧਾਈਆਂ ਵੀ ਦਿੱਤੀਆਂ ਨੇ। ਸਾਡੇ ਵੀ ਸਵੇਰ ਤੋਂ ਫੋਨ ਮਤਲਬ ਵੱਜਣ ਲੱਗੇ, ਫੋਨਾਂ ਤੇ ਮੈਨੂੰ ਤਾਂ ਪਤਾ ਲੱਗਾ। ਤੇ ਉਹਦੇ ਚ ਕੀ ਆ ਕਿ ਇਹਨੂੰ ਮੈਂ ਕਹੂੰਗੀ ਕਿ ਅਜੇ ਅਸੀਂ ਮੋਦੀ ਨੂੰ ਥੋੜਾ ਜਿਹਾ ਝੁਕਾਇਆ ਉਸ ਤਾਨਾਸ਼ਾਹ ਬੰਦੇ ਨੂੰ। ਅਜੇ ਸਾਡੀ ਜਿੱਤ ਜਿਹੜੀ ਆ ਅਧੂਰੀ ਆ, ਹਜੇ ਬਹੁਤ ਕੁਝ ਲੜਨਾ ਬਾਕੀ ਆ। ਪਹਿਲੀ ਗੱਲ ਤੇ ਇਸ ਮੋਰਚੇ ਦਾ ਹੀ ਲੜਨਾ ਬਾਕੀ ਆ, ਜਿਸ ਮੋਰਚੇ ਨੂੰ ਲੈ ਕੇ, ਜਿਨ੍ਹਾਂ ਮੰਗਾਂ ਨੂੰ ਲੈ ਕੇ ਅਸੀਂ ਬੈਠੇ ਆ। ਜਦੋਂ ਦੇਖੋ ਮੋਦੀ ਜੀ ਬੋਲੇ ਆ, ਉਹ ਪ੍ਰਧਾਨ ਮੰਤਰੀ ਆ ਦੇਸ਼ ਦੇ, ਬੰਦੇ ਦਾ ਫਰਜ਼ ਬਣਦਾ ਆ ਕਿ ਜਿਹੜੇ 700 ਦੇ ਕਰੀਬ ਸ਼ਹੀਦ ਹੋ ਗਏ, ਤੁਸੀਂ ਇੱਕ ਸ਼ਬਦ ਹੀ ਉਹਨਾਂ ਲਈ ਬੋਲਦੇ, ਉਹਦੇ ਮੂੰਹ ਇੱਕ ਸ਼ਬਦ ਨਹੀਂ ਨਿਕਲਿਆ।
ਅਸੀਂ ਯਕੀਨ ਨਹੀਂ ਉਹਨਾਂ ਦੇ ਕਰਦੇ, ਸਾਨੂੰ ਬਹੁਤ ਬੇਭਰੋਸਗੀ ਉਹਨਾਂ ਦੀ, ਕਿਉਂਕਿ ਜੇ ਉਹ ਯਕੀਨ ਕਰਨ ਵਾਲੇ ਬੰਦੇ ਹੁੰਦੇ ਤੇ ਜਿਹੜਾ ਯੂਪੀ ਦਾ ਅਜੇ ਮਿਸ਼ਰਾ ਜਿਹੜਾ ਅਜੇ ਵੀ ਆਪਣੀ ਰਾਜਗੱਦੀ ਦੇ ਉੱਤੇ ਆਪਣੇ ਅਹੁਦੇ ਦੇ ਉੱਤੇ ਬੈਠਾ ਹੈ, ਉਹ ਨਾ ਹੁੰਦਾ ਉਹਨੂੰ ਕਦੋਂ ਦਾ ਉੱਥੋਂ ਲਾ ਦੇਣਾ ਚਾਹੀਦਾ ਸੀ ਤੇ ਉਹਨੂੰ ਵੀ ਫੜ ਕੇ, ਕਿਉਂਕਿ ਉਹਦੇ ਉੱਤੇ 120 ਦਾ ਪਰਚਾ ਦਰਜ ਹੈ ਲਖੀਮਪੁਰ ਖੀਰੀ ਦੇ ਵਿੱਚ ਜਿਹੜੇ ਉਹਨਾਂ ਨੇ, ਕਿਉਂਕਿ ਕੁਝ ਦਿਨ ਪਹਿਲਾਂ ਉਹਨੇ ਵੀਡੀਓ ਪਾਈ ਸੀ ਕਿ ਮੈਂ ਐਮਐਲਏ ਐਮਪੀ ਹੋਣ ਤੋਂ ਪਹਿਲਾਂ ਕੁਝ ਹੋਰ ਵੀ ਹਾਂ। ਉਹ ਸਾਫ਼-ਸਾਫ਼ ਕਹਿਣਾ ਚਾਹੁੰਦਾ ਸੀ ਕਿ ਮੈਂ ਬਹੁਤ ਵੱਡਾ ਗੁੰਡਾ ਹਾਂ, ਮੈਂ ਬਹੁਤ ਬਦਮਾਸ਼ ਹਾਂ ਤੇ ਮੈਨੂੰ ਤੁਹਾਡੇ ਨਾਲ ਨਜਿੱਠਣਾ ਆਉਂਦਾ ਹੈ। ਤੇ ਉਹਨੇ ਆਪਣਾ ਜਿਹੜਾ ਤਰੀਕਾ ਸੀ ਉਸ ਤਰ੍ਹਾਂ ਨਜਿੱਠਿਆ ਵੀ, ਇਸ ਕਰਕੇ ਉਹ ਬਹੁਤ ਵੱਡਾ ਸਾਜ਼ਿਸ਼ ਕਰਤਾ ਆ। ਉਹਨਾਂ ਨੂੰ ਨਹੀਂ ਅੱਜ ਤੱਕ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ, ਪਰ ਸਾਡੇ ਮੋਰਚਿਆਂ ਦੇ ਉੱਤੇ ਜਿਹੜਾ ਲੋਕਾਂ ਨੇ ਹਿੱਸਾ ਲਿਆ, ਖਾਸ ਤੌਰ ਤੇ ਨੌਜਵਾਨਾਂ ਨੇ, ਤਾਂ ਉਹਨਾਂ ਦੇ ਉੱਤੇ ਪਰਚੇ ਦਰਜ ਕਰਕੇ ਟੂਲ ਕਿੱਟ ਵਾਲਾ, ਤੁਹਾਨੂੰ ਸਾਰਿਆਂ ਨੂੰ ਯਾਦ ਹੋਊਗਾ, ਟੂਲ ਕਿੱਟ ਵਾਲਾ ਇੱਕ ਨਵਾਂ ਹੀ ਮਾਮਲਾ, ਨਵੀਆਂ ਟਰਮਾਂ ਆਉਂਦੀਆਂ ਸਾਡੇ ਤਾਂ ਸਮਝ 'ਚ ਪਹਿਲਾਂ ਨਹੀਂ ਆਉਂਦੀਆਂ, ਬਾਅਦ 'ਚ ਸਾਨੂੰ ਸਮਝਣਾ ਪੈਂਦਾ। ਉਹ ਲਿਆ ਕੇ ਜੋ ਰਵੀ ਦਿਸ਼ਾ ਕੁੜੀ ਜਾਂ ਸ਼ਾਂਤੂ ਨਾਂ ਦਾ ਇੱਕ ਮੁੰਡਾ ਸੀ ਮਹਾਰਾਸ਼ਟਰ ਤੋਂ, ਉਹਨੂੰ ਵੀ ਅਰੈਸਟ ਕੀਤਾ ਸੀ ਇਹਨਾਂ ਨੇ। ਸਾਡੇ ਕੋਲੇ ਜਿਹੜੇ ਕੈਂਪ ਦੇ ਵਿੱਚ ਅਸੀਂ ਰਹਿੰਦੇ ਹਾਂ, ਉੱਥੇ ਅਸੀਂ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਚਲਾਉਂਦੇ ਹਾਂ, ਉੱਥੇ ਵੀ ਸਾਡੇ ਕੋਲ ਹੀ ਉਹ ਮੁੰਡਾ ਰਹਿੰਦਾ ਰਿਹਾ। ਅਸੀਂ ਲਾਇਬ੍ਰੇਰੀ ਦੇ ਵਿੱਚ ਉਹਨੂੰ ਪੰਜਾਬੀ ਤੇ ਨਹੀਂ ਸੀ ਆਉਂਦੀ, ਪਰ ਫਿਰ ਵੀ ਉਹ ਰਿਕਾਰਡ ਜਿਹੜਾ ਮੇਨਟੇਨ ਕਰ ਲੈਂਦਾ ਸੀ, ਕਿਤਾਬਾਂ ਚੜਾਉਣੀਆਂ ਜਾਂ ਵਾਪਸ ਕਰਨੀਆਂ ਦਾ ਕਰਦਾ ਰਿਹਾ ਸੀ। ਅਸੀਂ ਉਹ ਰਿਕਾਰਡ ਵੀ ਦਿੱਤਾ ਪੁਲਿਸ ਨੂੰ ਸਾਰਾ। ਉਸ ਤੋਂ ਬਾਅਦ ਇੱਕ ਹੋਰ ਕੁੜੀ ਹੈ ਨਿਕਿਤਾ, ਉਹਦਾ ਨਾਮ ਵੀ ਮਤਲਬ ਉਹਦੇ ਵਿੱਚ ਨਿਕਿਤਾ ਜੈਕਬ, ਉਹਦਾ ਨਾਮ ਵੀ, ਉਹਨੂੰ ਵੀ ਘੜੀਸਿਆ ਗਿਆ ਤੇ ਘੜੀਸ ਕੇ ਮੇਰੀ ਬੇਟੀ ਨੂੰ ਖੁਦ ਨੂੰ ਉਹਦੇ ਤੇ ਵੀ ਰੇਡ ਮਾਰੀ ਗਈ ਪੁਲਿਸ ਵੱਲੋਂ, ਕਿਉਂਕਿ ਉਹ ਟਰਾਲੀ ਟਾਈਮਸ ਪੇਪਰ ਛਾਪਦੇ ਸੀ ਤੇ ਨੌਜਵਾਨਾਂ ਨੂੰ ਏਦਾਂ ਉਲਝਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਜਿਹਦੇ ਸਿੱਧੇ ਦੋਸ਼ੀ ਆ, ਚਾਹੇ ਉਹ ਕਰਨਾਲ ਦੇ ਵਿੱਚ ਹੋਣ, ਉਹ ਐਸਡੀਐਮ ਜਿਹੜਾ ਸਿੱਧਾ ਬਿਆਨ ਦਿੰਦਾ ਆ ਕਿ ਇਹਨਾਂ ਦੇ ਸਿਰ ਫੋੜ ਕੇ ਪੁਲਿਸ ਨੂੰ ਹੁਕਮ ਚਾੜਦਾ ਆ ਤੇ ਉਹ ਪੁਲਿਸ ਉਹਨਾਂ ਦੇ ਹੁਕਮਾਂ ਦੇ ਮਤਲਬ ਉੱਤੇ ਅਮਲ ਕਰਦੀ ਹੈ ਤੇ ਸਿਰ ਫੋੜਨ ਦੀ ਇੱਕ ਨੂੰ ਮਾਰ ਵੀ ਦਿੰਦੇ ਆ, ਉਹਨਾਂ ਤੇ ਨਹੀਂ ਉਹ ਕਾਰਵਾਈ ਕਰਦੇ। ਸੋ ਸਾਨੂੰ ਇਹਦੇ ਤੇ ਅਜੇ ਪੂਰਾ ਯਕੀਨ ਨਹੀਂ ਆਇਆ ਇਸ ਤੇ, ਕਿਉਂਕਿ ਜਿਸ ਤਰ੍ਹਾਂ ਦਾ ਇਸ ਪਾਰਟੀ ਦਾ ਖਾਸਾ ਰਿਹਾ ਆ ਜਾਂ ਹਿਸਟਰੀ ਇਹਨਾਂ ਦੀ ਰਹੀ ਆ, ਬਹੁਤ ਤਾਨਾਸ਼ਾਹੀ ਜਾਂ ਏਦਾਂ ਦਾ ਰਵੱਈਆ ਉਹਨਾਂ ਦਾ ਆ। ਸੋ ਇਸ ਕਰਕੇ ਸਾਡਾ ਅੰਦੋਲਨ, ਇਹਨੂੰ ਇਹ ਨਾ ਸਮਝ ਲਿਓ ਕਿ ਅੱਜ ਦੀ ਜਿਹੜੀ ਕਨਵੈਨਸ਼ਨ ਦੇ ਵਿੱਚ ਵੀ ਇੱਕ ਲੋਕਾਂ ਦੇ ਵਿੱਚ ਭੰਬਲ ਭੂਸਾ ਪੈ ਗਿਆ ਸੀ ਕਿ ਸ਼ਾਇਦ ਹੋਊਗੀ ਜਾਂ ਨਹੀਂ ਹੋਊਗੀ। ਇਹ ਸਾਡੀ ਜੰਗ ਜਾਰੀ ਰਹੂਗੀ, ਇਹ ਦਿੱਲੀ ਦੀਆਂ ਬਰੂਹਾਂ ਤੇ ਵੀ ਉਦੋਂ ਤੱਕ ਜਾਰੀ ਰਹੂਗੀ ਜਦੋਂ ਤੱਕ ਇਹ ਮੁਕੰਮਲ ਨਹੀਂ ਹੋ ਜਾਂਦੀ ਜਿਹੜੀਆਂ ਮੰਗਾਂ ਨੂੰ ਅਸੀਂ ਲੈ ਕੇ ਬੈਠੇ ਹਾਂ। ਪਾਣੀ ਦੇ ਉੱਤੇ ਪੂਰੀ ਅਗਰੇਰੀਅਨ ਸਿਸਟਮ ਦੇ ਉੱਤੇ ਕਿਸ ਤਰ੍ਹਾਂ ਉਹਨੇ ਉਹਨੂੰ ਜਕੜਿਆ ਹੋਇਆ ਹੈ, ਉਹਦੀ ਬਹੁਤ ਵਿਸਤਾਰ ਨਾਲ ਗੱਲ ਕੀਤੀ ਹੈ। ਮੈਨੂੰ ਲੱਗਦਾ ਹੈ ਕਿ ਸਭ ਦੀਆਂ ਅੱਖਾਂ ਖੁੱਲ ਗਈਆਂ ਨੇ ਕਿ ਇਹ ਸੁਣ ਕੇ ਕਿ ਉਹ ਕਿਸ ਚੀਜ਼ ਦੇ ਨਾਲ ਡੀਲ ਕਰ ਰਹੇ ਨੇ, ਕਿਸ ਚੀਜ਼ ਦੇ ਨਾਲ ਲੜਾਈ ਕਰ ਰਹੇ ਨੇ। ਸਭ ਤੋਂ ਪਹਿਲਾਂ ਸ਼ੁਰੂ ਕਰਨ ਤੋਂ ਪਹਿਲੇ ਆਪਣੀਆਂ ਭੈਣਾਂ ਜਿਹੜੀਆਂ ਬਾਰਡਰ ਤੇ, ਦਿੱਲੀ ਦੇ ਬਾਰਡਰਾਂ ਤੇ ਪੰਜਾਬ ਦੇ 125 ਤੋਂ ਜ਼ਿਆਦਾ ਥਾਵਾਂ ਤੇ ਨਾਕੇ ਲਾ ਕੇ ਔਰ ਆਪਣੀ ਸਿਟ ਇਨ ਧਰਨਿਆਂ ਤੇ ਬੈਠੀਆਂ ਹੋਈਆਂ ਨੇ, ਉਹਨਾਂ ਨੂੰ ਸਲਾਮ ਨਾਲ ਸ਼ੁਰੂ ਕਰਦੀਆਂ। ਸਾਡਾ ਬਹੁਤ ਧੰਨਵਾਦ। ਤੁਸੀਂ ਸਾਡੀਆਂ ਭੈਣਾਂ ਨੇ, ਸਾਡੇ ਵੀਰਾਂ ਨੇ ਇੱਕ ਭਾਰਤ ਦੇ ਵਿੱਚ ਜਿਹੜੀ ਇੱਕ ਸਭ ਦੇ ਕੋਲ ਇੱਕ ਹੋਪਲੈਸਨੈਸ ਆ ਗਈ ਸੀ ਕਿ ਇੱਥੇ ਹੁਣ ਕੁਝ ਨਹੀਂ ਬਦਲ ਸਕਦਾ, ਅਸੀਂ ਇੱਕ ਐਸੀ ਥਾਂ ਤੇ ਗਰਕ ਚੁੱਕੇ ਹਾਂ ਕਿ ਅਸੀਂ ਹੁਣ ਇੱਥੋਂ ਨਿਕਲ ਨਹੀਂ ਸਕਾਂਗੇ। ਉੱਥੋਂ ਸਾਨੂੰ ਸਭ ਨੂੰ ਬਾਹਰ ਕੱਢਿਆ, ਇੱਕ ਹੋਪ ਦਿੱਤੀ ਤੇ ਇੱਕ ਨਵੀਂ ਸ਼ੁਰੂਆਤ ਕੀਤੀ। ਕੱਲ ਦੀ ਜਿਹੜੀ ਪ੍ਰਾਈਮ ਮਿਨਿਸਟਰ ਨੇ ਕਿਹਾ ਹੈ ਕਿ ਕਾਨੂੰਨ ਰਿਪੀਲ ਹੋਣਗੇ, ਰੱਦ ਕੀਤੇ ਜਾਣਗੇ। ਰੱਦ ਦਾ ਸ਼ਬਦ ਲੈ ਕੇ ਜਦੋਂ ਪਿਛਲੇ ਸਾਲ 25 ਤਰੀਕ 26 ਤਰੀਕ ਨੂੰ ਸਾਡੇ ਕਿਸਾਨ ਭੈਣਾਂ ਤੇ ਵੀਰ ਦਿੱਲੀ ਦੀਆਂ ਬਰੂਹਾਂ ਤੇ ਆਏ ਸਨ ਤੇ ਰੱਦ ਅਸੀਂ ਸੁਣਨਾ ਚਾਹੁੰਦੇ ਸਾਂ, ਜਿਹੜਾ ਕੱਲ ਅਸੀਂ ਸੁਣਿਆ, ਉਹਦੇ ਲਈ ਕਿਸਾਨ ਵੀਰਾਂ ਦਾ ਬਹੁਤ ਧੰਨਵਾਦ। ਸਾਡੀਆਂ ਬਹੁਤ ਸਾਰੇ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ, ਉਹਨਾਂ ਨੂੰ ਵੀ ਯਾਦ ਕਰਦੇ ਹੋਏ ਤੇ ਜਿਸ ਤਰ੍ਹਾਂ ਜਸਵੀਰ ਨੇ ਕਿਹਾ ਕਿ ਮਨ ਹਮੇਸ਼ਾ ਉਹਨਾਂ ਵਾਸਤੇ ਦੁਖੇਗਾ, ਕਿਤੇ ਇੱਕ ਚੀਜ਼ ਰਹੇਗੀ ਕਿ ਉਹ ਝੰਡੇ ਲਹਿਰਾਉਂਦੇ ਹੋਏ ਵਾਪਸ ਸਾਡੇ ਨਾਲ ਪਿੰਡਾਂ ਨੂੰ ਨਹੀਂ ਵਰਤਣਗੇ, ਪਰ ਉਹਨਾਂ ਦੀ ਯਾਦ ਹਮੇਸ਼ਾ ਸਾਡੇ ਮਨਾਂ ਦੇ ਵਿੱਚ ਬਸੇਗੀ। ਜਿਹੜੇ ਪਰਿਪੇਖ ਦੀ ਗੱਲ ਇੱਥੇ ਕੀਤੀ ਹੈ, ਮੈਂ ਸ਼ੁਰੂ ਕਰਦੀ ਹਾਂ। ਮੈਨੂੰ ਆਖਿਆ ਗਿਆ ਹੈ ਕਿ ਮੈਂ ਦੱਸਾਂ ਕਿ ਸਾਡੀਆਂ ਔਰਤਾਂ ਚੁੱਲ੍ਹਿਆਂ ਤੋਂ, ਖੇਤਾਂ ਤੋਂ ਨਿਕਲ ਕੇ ਦਿੱਲੀ ਦੀਆਂ
ਬਰੂਹਾਂ ਤੱਕ ਜਦੋਂ ਪਹੁੰਚੀਆਂ ਤੇ ਉਹਦਾ ਮਤਲਬ ਕੀ ਹੈ। ਔਰਤਾਂ ਜਦੋਂ ਚੁੱਲ੍ਹਿਆਂ ਤੇ ਬੈਠੀਆਂ ਨੇ, ਘਰਾਂ ਦੇ ਅੰਦਰ ਬੈਠੀਆਂ ਨੇ, ਤੇ ਕੋਈ ਆਪਣੀ ਮਰਜ਼ੀ ਨਾਲ ਨਹੀਂ ਬੈਠੀਆਂ ਤੇ ਨਾ ਹੀ ਕੋਈ ਧੁਰੋਂ ਲਿਖਾ ਕੇ ਆਈਆਂ ਸਨ ਕਿ ਔਰਤਾਂ ਦਾ ਕੰਮ ਜਿਹੜਾ ਹੈ ਉਹ ਚੁੱਲ੍ਹਿਆਂ ਦੇ ਅੱਗੇ ਬਸ ਰੋਟੀਆਂ ਥੱਪਣਾ ਹੈ ਤੇ ਘਰਾਂ ਦੇ ਅੰਦਰ ਹੀ ਬੰਦ ਰਹਿਣਾ ਹੈ। ਇਹ ਸਾਰੀ ਉਸ ਇੱਕ ਵਿਵਸਥਾ, ਇੱਕ ਪੂੰਜੀ ਦੀ ਵਿਵਸਥਾ ਜਿਹਦੇ ਵਿੱਚ ਬਹੁਤ ਕਿਸਮ ਦੀ ਪ੍ਰਕਿਰਿਆਵਾਂ ਚੱਲਦੀਆਂ ਨੇ ਤੇ ਨਾਲ ਇੱਕ ਪ੍ਰਕਿਰਿਆ ਜਿਹੜੀ ਹੈ ਉਹ ਜੈਂਡਰ ਡਿਵੀਜ਼ਨ ਆਫ ਲੇਬਰ ਦੀ ਹੈ ਕਿ ਸਾਡੇ ਇੱਥੇ ਅਸੀਂ ਆਪਣੀ ਕਿਰਤ ਨੂੰ ਔਰਤ ਤੇ ਮਰਦ ਵਿੱਚ ਕਿਵੇਂ ਵੰਡਿਆ ਜਾਂਦਾ ਹੈ। ਔਰ ਉਹ ਜੈਂਡਰ ਡਿਵੀਜ਼ਨ ਆਫ ਵਰਕ ਇਸ ਤਰ੍ਹਾਂ ਦੀ ਬੜੀ ਹੈ ਕਿ ਔਰਤਾਂ ਘਰ ਦੇ ਅੰਦਰ ਰਹਿਣਗੀਆਂ ਤੇ ਮਰਦ ਘਰ ਦੇ ਬਾਹਰ ਰਹਿਣਗੇ। ਘਰਾਂ ਦੇ ਅੰਦਰ ਰਹਿਣ ਦਾ ਮਤਲਬ ਕੀ ਹੈ? ਉਹ ਵੰਡ ਇਸ ਜਿਹੜਾ ਸਮਾਜ ਹੈ ਇਹਦੀ ਜਿਹੜੀ ਪ੍ਰਕਿਰਿਆ ਹੈ, ਜਿਸ ਤਰ੍ਹਾਂ ਇਹਨੇ ਵਿਕਾਸ ਕਰਨਾ ਹੈ, ਉਹਦਾ ਇੱਕ ਮੂਲ ਭੂਤ ਹੈ ਕਿ ਜਿਹੜਾ ਲੇਬਰ ਬਾਹਰ ਕੰਮ ਕਰੇਗਾ ਉਹਦੀ ਜਿਹੜੀ ਪੂਰਤੀ ਹੈ ਬਾਕੀ ਦੀ, ਉਹਦੀ ਰੋਟੀ ਦੀ, ਉਹਦੀ ਸਿਹਤ ਸੰਭਾਲ ਦੀ, ਉਹਦੇ ਬਿਮਾਰ ਹੋਣ ਤੇ ਉਹਨੂੰ ਵੇਖਣ ਦੀ, ਉਹਦੇ ਕੰਮ ਨਾ ਕਰ ਸਕਣ ਦੀ ਹਾਲਾਤ ਵਿੱਚ ਘਰ ਦੇ ਵਿੱਚ ਰਹਿਣ ਦੀ, ਉਸ ਚੀਜ਼ ਦੀ ਵਿਵਸਥਾ ਘਰ ਦੇ ਅੰਦਰ ਹੋਏਗੀ ਜਿਹਨੂੰ ਔਰਤ ਵੇਖੇਗੀ। ਇਸ ਗੱਲ ਦੇ ਨਾਲ ਇੱਕ ਸਿੱਧਾ ਮਕਸਦ ਇਹ ਹੈ ਕਿ ਜਿਹੜੀ ਲੇਬਰ ਦੀ ਵੇਜ ਹੈ, ਜਿਹੜੀ ਉਹਦੀ ਉਜਰਤ ਹੈ, ਉਹਨੂੰ ਨੀਵਾਂ ਤੋਂ ਨੀਵਾਂ ਰੱਖਿਆ ਜਾਏ ਤਾਂ ਕਿ ਉਹਦੀ ਬਾਕੀ ਦੀ ਪੂਰਤੀ ਉਹਦੇ ਘਰ ਦੇ ਅੰਦਰ ਹੋਏ, ਉਹਦਾ ਬੋਝ ਪੂੰਜੀ ਦੇ ਉੱਤੇ ਨਾ ਪਏ। ਉਸ ਗੱਲ ਨੂੰ ਸੋਚ ਕੇ ਦੇਖੋ, ਮੈਂ ਬਹੁਤ ਵਿਸਥਾਰ ਵਿੱਚ ਨਹੀਂ ਜਾਵਾਂਗੀ ਕਿ ਅਗਰ ਜਿਹੜਾ ਵੀ ਵਰਕਰ, ਜਿਹੜੀ ਲੇਬਰ ਇਸ ਵਕਤ ਘਰਾਂ ਤੋਂ ਬਾਹਰ ਕੰਮ ਕਰਦੀ ਹੈ, ਕਾਰਖਾਨਿਆਂ ਵਿੱਚ ਕੰਮ ਕਰਦੀ ਹੈ, ਸੜਕਾਂ ਬਣਾਉਂਦੀ ਹੈ ਜਾਂ ਕਲਰਕ ਹੈ ਜਾਂ ਹੋਰ ਛੋਟੀਆਂ ਥਾਵਾਂ ਤੇ ਵੀ ਕੰਮ ਕਰਦੀ ਹੈ, ਅਗਰ ਉਹਦੇ ਕੋਲ ਇਹ ਵਿਵਸਥਾ ਨਾ ਹੋਏ ਕਿ ਉਹਦੇ ਘਰ ਵਿੱਚ ਉਹਨੂੰ ਕੋਈ ਰੋਟੀ ਦੇਵੇਗਾ ਪੱਕੀ ਪਕਾਈ, ਜਾਂ ਉਹਦੇ ਸੌਣ ਦੀ, ਰਹਿਣ ਦੀ, ਉਹਦੇ ਕੱਪੜੇ ਧੋਣ ਦੀ, ਉਹਦੇ ਸਾਂਭ ਸੰਭਾਲ ਦੀ ਸਾਰੀ ਥਾਂ ਉਹਨੂੰ ਕਿਸੇ ਤਰ੍ਹਾਂ ਮੁਹੱਈਆ ਕਰਾਈ ਜਾਏਗੀ ਬਿਨਾਂ ਕਿਸੇ ਖਰਚੇ ਦੇ, ਤੇ ਉਹ ਇਸੇ ਕਰਕੇ ਪੋਸੀਬਲ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਇੱਕ ਐਸੀ ਵਿਵਸਥਾ ਕਰ ਦਿੱਤੀ ਗਈ ਹੈ ਸਮਾਜ ਵੱਲੋਂ ਔਰ ਇਸ ਪੂੰਜੀ ਦੇ ਸਮਾਜ ਵੱਲੋਂ ਕਿ ਉਹਨਾਂ ਦੀ ਦੇਖਰੇਖ ਔਰਤ ਕਰੇਗੀ। ਉਸ ਕੰਮ ਲਈ ਔਰਤ ਨੂੰ ਕੋਈ ਉਜਰਤ ਨਹੀਂ ਮਿਲਦੀ, ਉਸ ਕੰਮ ਦੀ ਕੋਈ ਉਜਰਤ ਨਹੀਂ ਹੈ, ਕੋਈ ਅਹਿਮੀਅਤ ਨਹੀਂ ਹੈ। ਇਸ ਕਰਕੇ ਔਰਤ ਦੀ ਜਿਹੜੀ ਮਜ਼ਦੂਰ ਮੰਡੀ ਦੇ ਵਿੱਚ ਵੁਕਤ ਹੈ ਉਹ ਕੁਝ ਨਹੀਂ ਰਹਿ ਜਾਂਦੀ, ਭਾਵੇਂ ਕਿ ਉਹ ਇਸ ਪੂੰਜੀ ਦੇ ਵੱਡੇ ਪਹੀਏ ਨੂੰ ਚਲਾ ਰਹੀ ਹੈ, ਉਹਨੂੰ ਗੇੜ ਦੇ ਰਹੀ ਹੈ, ਪਰ ਉਹਦਾ ਕਿਧਰੇ ਨਾਂ ਤੇ ਨਹੀਂ ਹੈ। ਉਹਦਾ ਨਾਂ ਤੇ ਇੰਨਾ ਗਾਇਬ ਹੈ ਕਿ ਕੱਲ ਜਦੋਂ ਪ੍ਰਧਾਨ ਮੰਤਰੀ ਨੇ ਵੀ ਆਪਣੇ ਬੜਾ ਆ ਕੇ ਚਾਂਬਲ ਕੇ ਇਹ ਕਿਹਾ ਕਿ ਅਸੀਂ ਆਪਣੇ ਕਿਸਾਨ ਵੀਰਾਂ ਨੂੰ ਸਮਝਾ ਨਹੀਂ ਪਾਏ ਕਿ ਜਿਹੜੇ ਕਾਨੂੰਨ ਨੇ ਉਹਨਾਂ ਦੀ ਹੀ बढ़ोतरी रही ने, उन्होंने प्रधानमंत्री ਨੂੰ ਵੀ ਔਰਤਾਂ ਨਹੀਂ ਦਿਸੀਆਂ ਇਹਨਾਂ ਮੋਰਚਿਆਂ ਦੇ ਉੱਤੇ ਡਟੀਆਂ ਹੋਈਆਂ, ਨਾ ਹੀ ਹੋਰ ਲੋਕਾਂ ਨੂੰ ਦਿਸਦੀਆਂ ਨੇ, ਕਿਉਂਕਿ ਔਰਤ ਦੀ ਥਾਂ ਇੰਨੀ ਨਿਗੂਣੀ ਕਰ ਦਿੱਤੀ ਗਈ ਹੈ। ਪਰ ਸਾਡੀਆਂ ਔਰਤਾਂ ਹਮੇਸ਼ਾ ਤੋਂ ਘਰਾਂ ਦੇ ਵਿੱਚੋਂ ਨਿਕਲ ਕੇ ਇੱਕ ਆਪਣੀ ਨਾਗਰਿਕਤਾ ਦੇ ਹੱਕ ਲੈਣ ਲਈ ਜਗ੍ਹਾ ਜਗ੍ਹਾ ਸੰਘਰਸ਼ ਕਰਦੀਆਂ ਰਹੀਆਂ ਨੇ। ਸਾਥੀਓ, ਜਿਹੜਾ ਸਰਕਾਰ ਨੇ ਇੱਕ ਮਨਰੇਗਾ ਦਾ ਚੰਗਾ ਕਾਨੂੰਨ ਬਣਾਇਆ ਸੀ, ਉਹ ਵੀ ਸਾਡੀ ਮੋਦੀ ਦੀ ਸਰਕਾਰ ਉਸ ਕਾਨੂੰਨ ਨੂੰ ਲਾਗੂ ਕਰਨ ਵਿੱਚ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋਈ, ਨਾ ਕੇਂਦਰ ਦੀ ਸਰਕਾਰ ਨਾ ਪੰਜਾਬ ਦੀ ਸਰਕਾਰ, ਕਿਉਂਕਿ ਕੇਂਦਰ ਸਰਕਾਰ ਨੇ ਪਿਛਲੇ ਸਮੇਂ ਵਿੱਚ ਜਿਹੜਾ ਮਨਰੇਗਾ ਦਾ ਕੰਮ ਸਰਕਾਰ ਦੇ ਅੰਕੜਿਆਂ ਮੁਤਾਬਕ ਜਿਹੜਾ 100 ਦਿਨ ਮਜ਼ਦੂਰ ਨੂੰ ਕੰਮ ਦੇਣਾ ਸੀ, ਉਹ ਸਿਰਫ 22 ਦਿਨ ਕੰਮ ਦਿੱਤਾ ਗਿਆ, ਕਿਉਂਕਿ ਜਿਹੜਾ ਮਜ਼ਦੂਰ ਜਦੋਂ ਖੇਤਾਂ ਵਿੱਚ ਮਸ਼ੀਨੀਕਰਨ ਹੋਣ ਕਰਕੇ ਪਿੰਡਾਂ ਦੇ ਖੇਤ ਮਜ਼ਦੂਰਾਂ ਨੂੰ ਖੇਤਾਂ ਵਿੱਚ ਕੰਮ ਨਹੀਂ ਮਿਲਦਾ, ਉਹ ਮਨਰੇਗਾ ਵਿੱਚ ਕੰਮ ਕਰਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਸੀ, ਤੇ ਉਹ ਵੀ ਸਰਕਾਰ ਨੇ ਸਾਨੂੰ 100 ਦਿਨ ਕੰਮ ਦੇਣ ਦੀ ਬਜਾਏ ਸਿਰਫ 22 ਦਿਨ ਹੀ ਮਜ਼ਦੂਰਾਂ ਨੂੰ ਕੰਮ ਦਿੱਤਾ ਗਿਆ।
ਜਿੱਥੇ ਕਿ ਸਾਡੀਆਂ ਖੇਤ ਮਜ਼ਦੂਰਾਂ ਦੀਆਂ ਜਥੇਬੰਦੀਆਂ ਲਗਾਤਾਰ ਇਸ ਗੱਲ ਦੀ ਮੰਗ ਕਰ ਰਹੀਆਂ ਕਿ ਸਰਕਾਰ ਘੱਟੋ ਘੱਟ ਮਜ਼ਦੂਰਾਂ ਨੂੰ 100 ਦਿਨ ਦੀ ਬਜਾਏ 200 ਦਿਨ ਕੰਮ ਦੇਵੇ ਤੇ ਨਾਲ 600 ਰੁਪਏ ਦਿਹਾੜੀ ਦੇਵੇ, ਕਿਉਂਕਿ ਇਸ ਤੋਂ ਘੱਟ ਪੈਸਿਆਂ ਨਾਲ ਮਜ਼ਦੂਰਾਂ ਦੇ ਬੱਚਿਆਂ ਦਾ ਪਾਲਣ ਪੋਸ਼ਣ ਨਹੀਂ ਕੀਤਾ ਜਾ ਸਕਦਾ। ਕਿਉਂਕਿ ਸਰਕਾਰ ਨੇ ਪਿੰਡਾਂ ਦੇ ਵਿੱਚ ਪਿੰਡਾਂ ਦੇ ਕਾਮਿਆਂ ਵਾਸਤੇ ਕੋਈ ਬਦਲਵੇਂ ਕੰਮ ਦਾ ਇੰਤਜ਼ਾਮ ਨਹੀਂ ਕੀਤਾ ਕਿ ਜਿਹਦੇ ਨਾਲ ਪਿੰਡਾਂ ਦੇ ਖੇਤ ਮਜ਼ਦੂਰ, ਪਿੰਡਾਂ ਦੀਆਂ ਔਰਤਾਂ ਉਹ ਕੰਮ ਕਰਕੇ ਆਪਣੇ ਬੱਚਿਆਂ ਦਾ ਗੁਜ਼ਾਰਾ ਕਰ ਸਕਣ। ਕਿਉਂਕਿ ਪਿੰਡਾਂ ਦੇ ਖੇਤ ਮਜ਼ਦੂਰਾਂ ਦੀ ਹਾਲਤ ਇੰਨੀ ਤਰਸਯੋਗ ਆ ਕਿ ਜੇ ਅਸੀਂ ਪਿੰਡਾਂ ਵਿੱਚ ਜਾ ਕੇ, ਕਿਉਂਕਿ ਸਾਨੂੰ ਲਗਾਤਾਰ ਪਿੰਡਾਂ ਵਿੱਚ ਜਾਣ ਦਾ ਮੌਕਾ ਮਿਲਦਾ ਕਿ ਜਿਹੜੇ ਸਾਡੀਆਂ ਪਿੰਡਾਂ ਦੀਆਂ ਔਰਤਾਂ ਸਿਰਫ ਇੱਕ 200 ਰੁਪਏ ਦਿਹਾੜੀ ਲਿਆ ਕੇ ਤੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਇੰਨੀ ਮੁਸ਼ਕਲ ਨਾਲ ਕਰਦੀਆਂ ਨੇ ਕਿ ਉਹਨਾਂ ਵਾਸਤੇ 2 ਟਾਈਮ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ। ਕਿਉਂਕਿ ਸਾਡੇ ਦੇਸ਼ ਭਗਤਾਂ ਨੇ ਜਦੋਂ ਦੇਸ਼ ਨੂੰ ਆਜ਼ਾਦ ਕਰਾਇਆ ਸੀ, ਉਹਨਾਂ ਇੱਕ ਸੁਪਨਾ ਲਿਆ ਸੀ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਸਾਡਾ ਦੇਸ਼ ਇੱਕ ਚੰਗਾ ਤੇ ਵਧੀਆ ਬਣ ਜਾਊਗਾ ਤੇ ਸਾਡੇ ਦੇਸ਼ ਵਿੱਚ ਕੋਈ ਐਸਾ ਇਨਸਾਨ ਨਹੀਂ ਹੋਊਗਾ ਜਿਹਨੂੰ 2 ਟਾਈਮ ਦੀ ਰੋਟੀ ਨਸੀਬ ਨਾ ਹੋਵੇ। ਕੋਈ ਐਸਾ ਇਨਸਾਨ ਨਹੀਂ ਹੋਵੇਗਾ ਜਿਹੜਾ ਇਲਾਜ ਦੁੱਖੋਂ ਮਾਰਿਆ ਜਾਵੇ। ਕੋਈ ਐਸੇ ਬੱਚੇ ਨਹੀਂ ਹੋਣਗੇ ਜਿਹੜੇ ਵਿਦਿਆ ਤੋਂ ਵਾਂਝੇ ਰਹਿਣ। ਕੋਈ ਐਸੇ ਨੌਜਵਾਨ ਨਹੀਂ ਹੋਣਗੇ ਜਿਨ੍ਹਾਂ ਨੂੰ ਰੁਜ਼ਗਾਰ ਨਾ ਦਿੱਤਾ ਜਾਵੇ। ਪਰ ਸਾਡੀਆਂ ਇਹਨਾਂ ਸਰਕਾਰਾਂ ਨੇ ਸਾਡੇ ਬੱਚਿਆਂ ਨੂੰ ਵਿਦਿਆ ਜਾਂ ਰੁਜ਼ਗਾਰ ਤੇ ਕੀ ਦੇਣਾ ਸੀ। ਜਿਹੜੇ ਸਾਡੇ ਪੰਜਾਬ ਦੇ ਨੌਜਵਾਨਾਂ ਨੇ ਪੰਜਾਬ ਦੀ ਸ਼ਾਨ ਬਣਨਾ ਸੀ, ਇਹਨਾਂ ਸਰਕਾਰਾਂ ਨੇ ਸਾਡੀ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਰਸਤੇ ਤੇ ਲਾ ਕੇ ਸਾਡੀ ਪੰਜਾਬ ਦੀ ਜਵਾਨੀ ਗਰਕ ਕਰ ਦਿੱਤੀ। ਪਰ ਸਾਥੀਓ, ਜਿਹੜਾ ਆ ਮੋਰਚਾ ਸਾਡਾ ਲੱਗਾ, ਇਸ ਮੋਰਚੇ ਨੇ ਸਾਬਤ ਕਰ ਦਿੱਤਾ ਕਿ ਜੋ ਇਹ ਸਰਕਾਰਾਂ ਸਾਡੇ ਨੌਜਵਾਨਾਂ ਨੂੰ ਬਣਾਉਣਾ ਚਾਹੁੰਦੀਆਂ ਸੀ, ਸਾਡੇ ਨੌਜਵਾਨਾਂ ਨੇ ਉਹਦਾ ਮੋੜਵਾਂ ਜਵਾਬ ਇਹ ਦਿੱਤਾ ਕਿ ਸਾਡੇ ਨੌਜਵਾਨ ਬਹੁਤ ਸਾਰੇ ਜਿਹੜੇ ਨਸ਼ਿਆਂ ਦੇ ਰਸਤੇ ਤੋਂ ਹਟ ਕੇ ਇਸ ਮੋਰਚੇ ਦੀ ਅਗਵਾਈ ਕਰਦੇ ਰਹੇ। ਜਿਹੜੇ ਸਾਡੀਆਂ ਇੱਕ ਕਿਹਾ ਜਾਂਦਾ ਸੀ ਨੌਜਵਾਨਾਂ ਨੂੰ ਮੰਡੀਰ ਦੇ ਰੂਪ ਵਿੱਚ ਪੁਕਾਰਿਆ ਜਾਂਦਾ ਸੀ, ਉਹ ਸਾਡੇ ਨੌਜਵਾਨ, ਸਾਡੀਆਂ ਧੀਆਂ, ਸਾਡੀਆਂ ਭੈਣਾਂ, ਸਾਡੀਆਂ ਔਰਤਾਂ ਜਿਹੜੀਆਂ ਉਸ ਬਾਰਡਰ ਤੇ ਬੈਠੀਆਂ ਸੀ, ਉਹਨਾਂ ਦੀ ਇੱਜ਼ਤ ਦੀ ਰਾਖੀ ਕਰਦੇ ਰਹੇ ਕਿ ਇਹਨਾਂ ਨਾਲ ਕੋਈ ਹਾਦਸਾ ਨਾ ਵਾਪਰ ਜੇ। ਇਹ ਵੀ ਸਾਡੀ ਬਹੁਤ ਵੱਡੀ ਜਿੱਤ ਦੀ ਨਿਸ਼ਾਨੀ ਸੀ। ਕਿਉਂਕਿ ਮੋਦੀ ਸਰਕਾਰ ਹੈ ਅਸੀਂ ਜਿਹੜੀ ਗੱਲ ਕਰਦੇ ਆ ਕਿ ਉਹ ਹਿਟਲਰ ਸ਼ਾਹੀ ਦੀ ਜਿਹੜੀ ਸੋਚ ਤੇ ਚੱਲਦੀ ਆ, ਜਿਹਦੀ ਵਿਚਾਰਧਾਰਾ ਇਹ ਕਹਿੰਦੀ ਆ ਕਿ ਸ਼ੂਦਰ ਨਾਰੀ ਤਿੰਨੋਂ ਤਾਰਨ ਦੇ ਅਧਿਕਾਰੀ। ਜਿਹੜੀ ਇਹ ਗੱਲ ਕਰਦੀ ਆ ਕਿ ਔਰਤਾਂ ਨੂੰ ਤਾਂ ਜਿਹੜਾ ਘਰਾਂ ਤੱਕ ਸੀਮਿਤ ਹੋ ਜਾਣਾ ਚਾਹੀਦਾ, ਜਾਂ ਜਿਹੜੇ ਜਦੋਂ ਜੰਮੂ ਕਸ਼ਮੀਰ ਦੇ ਵਿੱਚ 370 ਹਟਾਉਂਦੇ ਨੇ ਤਾਂ ਅਸੀਂ ਇਸ ਕਰਕੇ ਨਹੀਂ ਬੋਲਦੇ, ਸ਼ਾਇਦ ਸਾਨੂੰ ਲੱਗਦਾ ਹੋ ਵੀ ਇਹ ਤਾਂ ਜੰਮੂ ਕਸ਼ਮੀਰ ਦੀ ਲੜਾਈ ਆ, ਤਾਂ ਉਹਦਾ ਹੌਸਲਾ ਹੋਰ ਬੁਲੰਦ ਹੋਇਆ, ਉਹ ਵਧਿਆ ਅੱਗੇ। ਤਾਂ ਉਹਨਾਂ ਨੇ NRC ਜਿਹੜਾ ਸੀ ਇਹ ਕਾਨੂੰਨ ਲੈ ਕੇ ਆਂਦਾ, ਉਹਦੇ ਖਿਲਾਫ ਮੁਸਲਿਮ ਔਰਤਾਂ ਨੇ ਜਿਹੜੀਆਂ ਪਹਿਲਾਂ ਗੱਲ ਹੋਈ ਹੈ ਕਿ ਵੱਡੀ ਗਿਣਤੀ ਦਿੱਲੀ ਦੇ ਵਿੱਚ ਇਤਿਹਾਸ ਤੌਰ ਤੇ ਇਕੱਠੀਆਂ ਹੋਈਆਂ, ਪਰ ਸ਼ਾਇਦ ਉਹਦੇ ਵਿੱਚ ਵੀ ਇਕੱਲੇ ਮੁਸਲਿਮ ਹੀ ਜਿਹੜੇ ਅਗਵਾਈ ਕਰ ਰਹੇ ਸੀ, ਬਾਕੀ ਲੋਕਾਂ ਨੂੰ ਲੱਗਿਆ ਕਿ ਮੁਸਲਮਾਨਾਂ ਦਾ ਜਿਹੜਾ ਘੋਲ ਆਗਾ। ਪਰ ਜਦੋਂ ਪੰਜਾਬ ਦੇ ਵਿੱਚ ਹੀ ਆਉਂਦਾ ਤਾਂ ਮੋਦੀ ਦਾ ਜਿਹੜਾ ਉਦੋਂ ਮੂੰਹ ਦੀ ਖਾਣੀ ਪਈ, ਜਦੋਂ ਨੂੰ ਲੱਗਿਆ ਕਿ ਪੰਜਾਬੀ ਨੇ ਜਿਹੜੇ ਉਹ ਵੱਖਰੀ ਕੌਮ ਨੇ, ਉਹਨਾਂ ਇਸ ਕੌਮ ਨੇ ਪਹਿਲਾਂ ਵੀ ਜਿਹੜਾ ਦਿੱਲੀ ਦੇ ਮੂੰਹ ਮੋੜਿਆ, ਔਰ ਅੱਜ ਇੱਕ ਵਾਰ ਫੇਰ ਹੈ ਜਿਹੜਾ ਇਹ ਕਿਸਾਨਾਂ ਮਜ਼ਦੂਰਾਂ ਦੀ ਜਿਹੜੀ ਜਿੱਤ ਹੋਈ ਆ, ਇਹਦੇ ਵਿੱਚ ਮੁਲਾਜ਼ਮ ਜਿਹੜੇ ਆਪਣੀ ਜੋਬ ਕਰਦੇ ਹੋਏ ਵੀ ਇਸ ਘੋਲ ਦੇ ਵਿੱਚ ਯੋਗਦਾਨ ਪਾਉਂਦੇ ਰਹੇ, ਤੇ ਉਹਨਾਂ ਜਿਹੜੇ ਵਿਦੇਸ਼ੀ ਵੀਰ ਵੀ ਜਿਹੜੇ ਸ਼ਾਇਦ ਇੱਥੇ ਆ ਨਹੀਂ ਸੀ ਸਕਦੇ, ਪਰ ਇਸ ਚੀਜ਼ ਨੂੰ ਦਿਲੋਂ ਫੀਲ ਕਰਦੇ ਸੀਗੇ ਕਿ ਨਹੀਂ ਇਹ ਘੋਲ ਸਾਡਾ ਆ, ਔਰ ਉਹਨਾਂ ਨੇ ਕਿਸੇ ਨਾ ਕਿਸੇ ਰੂਪ ਚ ਇਸ ਘੋਲ ਨੂੰ ਜਿਹੜਾ ਆਰਥਿਕ ਯੋਗਦਾਨ ਪਾਇਆ। ਉਹਨਾਂ ਵੀਰਾਂ ਨੂੰ ਵੀ ਜਿਹੜਾ ਬਹੁਤ ਸਾਰੀ ਅਸੀਂ ਵਧਾਈਆਂ ਦਿੰਦੇ ਆ ਕਿ ਉਹਨਾਂ ਨੇ ਇਸ ਘੋਲ ਨੂੰ ਸਿਰੇ ਲਾਉਣ ਵਾਸਤੇ, ਚਾਹੇ ਪਹਿਲਾਂ ਗੱਲ ਹੋਵੇ ਡਾਕਟਰ ਨਮਸ਼ਰਨ ਹੋਰਾਂ ਨੇ ਜਾਂ ਸਾਡੇ ਜਸਵੀਰ ਨਾਥ ਜੀ ਨੇ, ਇਹਨਾਂ ਨੇ ਕਿਹਾ ਕਿ ਘੋਲ ਹਜੇ ਬੰਦ ਨਹੀਂ ਹੋ ਜਾਂਦਾ, ਕਿਉਂਕਿ ਅਸੀਂ ਸਮਾਜ ਨੂੰ ਬਦਲਣ ਦੀ ਲੜਾਈ ਲੜ ਰਹੇ ਹਾਂ, ਅਸੀਂ ਕੋਈ ਆਰਥਿਕ ਲੜਾਈ ਨਹੀਂ ਲੜ ਰਹੇ। ਇਹਨਾਂ ਬਿੱਲਾਂ ਦਾ ਸਿਰਫ ਇਹ ਨਹੀਂ ਹੈ ਕਿ ਅਸੀਂ ਇਹ ਬਿੱਲ ਰੱਦ ਕਰਾ ਕੇ ਕਾਰਪੋਰੇਟ ਘਰਾਣਿਆਂ ਨੂੰ ਸਿਰਫ ਥੋੜਾ ਨਾ ਮੂੰਹ ਮੋੜਿਆ ਆ, ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਲੜਾਈ ਦੀ ਜਿਹੜੀ ਅਸਲ ਹੈ, ਜਿਹੜੀ ਜਿੱਥੇ ਅਸੀਂ ਜਾਣਾ ਚਾਹੁੰਦੇ ਆ, ਜਿਸ ਲੁੱਟ ਨੂੰ ਖਤਮ ਕਰਨਾ ਚਾਹੁੰਦੇ ਆ, ਉਹ ਲੁੱਟ ਤੱਕ ਪਹੁੰਚਣ ਲਈ ਸਾਡੀ ਲੜਾਈ ਜਿਹੜੀ ਸਾਨੂੰ ਜਾਰੀ ਰੱਖਣੀ ਪਊਗੀ। ਤੇ ਜਿਹੜਾ ਇਹ ਮੰਚ ਬਣਿਆ, ਮੈਂ ਤਾਂ ਬਹੁਤ ਖੁਸ਼ ਹਾਂ ਕਿਉਂਕਿ ਜਦੋਂ 8-9 ਸਾਲਾਂ ਤੋਂ ਕੰਮ ਕਰਦੇ ਹੋਏ ਹਮੇਸ਼ਾ ਮਹਿਸੂਸ ਕਰਦੇ ਸੀ ਕਿ ਇਹ ਸਾਰੇ ਵਰਗ ਇਕੱਠੇ ਹੋ ਜਾਂਦੇ ਆ। ਜਦੋਂ ਅਸੀਂ ਇਹ ਗੱਲ ਕਰਦੇ ਆ ਕਿ ਔਰਤਾਂ ਕਿਉਂ ਨਹੀਂ ਘਰੋਂ ਨਿਕਲਦੀਆਂ, ਅਸੀਂ ਜਾਂਦੇ ਉਹਨਾਂ ਕੋਲੇ, ਮੰਨ ਲਓ ਕੋਈ ਰੇਪ ਕੇਸ ਹੋ ਗਿਆ, ਘਟਨਾ ਵਾਪਰ ਗਈ, ਬਲਾਤਕਾਰ ਦੀ ਵਾਪਰ ਗਈ, ਛੇੜਛਾੜ ਦੀ ਵਾਪਰ ਜਾਂਦੀ ਆ,
ਤਾਂ ਔਰਤਾਂ ਨੂੰ ਇਹ ਚੀਜ਼ ਛੇਤੀ ਲੱਗਦੀ ਨਹੀਂ ਕਿ ਇਹ ਸਾਡੀ ਹੋਂਦ ਦਾ ਸਵਾਲ ਆ ਕਿ ਸਾਨੂੰ ਇਹਤੇ ਲੜਨਾ ਚਾਹੀਦਾ। ਜਿੱਦੀ ਮੋਬਿਲਾਈਜੇਸ਼ਨ ਅਸੀਂ ਕਰਨਾ ਚਾਹੁੰਦੇ ਆ ਅਸੀਂ ਕਰ ਨਹੀਂ ਪਾਈ, ਸਾਨੂੰ ਮੰਨਣਾ ਚਾਹੀਦਾ ਕਿਉਂਕਿ ਪਰ ਇਸ ਜਿਹੜਾ ਕਿਸਾਨੀ ਘੋਲ ਆ ਇਹਦੇ ਵਿੱਚ ਔਰਤਾਂ ਬਰਾਬਰ ਜਿਹੜਾ ਆ ਕੇ ਬੈਠੀਆਂ, ਸੜਕਾਂ ਤੇ ਆ ਕੇ ਬੈਠੀਆਂ, ਜਿਹੜੀਆਂ ਔਰਤਾਂ ਕਦੇ ਘਰਾਂ ਤੋਂ ਸਿਰਫ ਰੋਟੀ ਭਾਂਡੇ ਮਾਂਜਣ ਗੋਹੇ ਸਿੱਟਣ ਤੋਂ ਵੇਲ ਨਹੀਂ ਸੀ ਮਿਲਦੀ, ਉਹ ਔਰਤਾਂ ਇਸ ਘੋਲ ਦੇ ਵਿੱਚ ਬਰਾਬਰ ਆਈਆਂ ਤਾਂ ਹੀ ਇਹ ਘੋਲ ਹੈ ਜਿਹੜਾ ਜਿੱਤਿਆ ਗਿਆ। ਇਹ ਸੱਚਾਈ ਆ। ਪਰ ਮੈਂ ਜਿੰਨਾ ਔਰਤਾਂ ਦੇ ਕੰਮ ਕਰਦੀ ਹਾਂ ਖਾਸ ਕਰਕੇ ਕਿਉਂਕਿ ਇੱਕ ਫਰਕ ਤਾਂ ਹੈਗਾ, ਵੈਸੇ ਤਾਂ ਪੂਰੇ ਵਿਸ਼ਵ ਦੀ ਔਰਤ ਨੂੰ ਜਿਹੜੇ ਸੁਰੱਖਿਆ ਦਾ ਮਸਲਾ ਖੜਿਆ ਕਿ ਇਨਸਿਕਿਉਰਿਟੀ ਹਰ ਔਰਤ ਫੀਲ ਕਰਦੀ ਆ, ਚਾਹੇ ਅਸੀਂ ਜਥੇਬੰਦੀ ਚ ਆ, ਪਰ ਅਸੀਂ ਵੀ ਨੇਰੇ ਸਵੇਰੇ ਜਾਣ ਲੱਗੇ 100 ਵਾਰੀ ਸੋਚਦੇ ਆ ਕਿ ਸਾਡੇ ਨਾਲ ਕੁਝ ਗਲਤ ਨਹੀਂ ਵਾਪਰ ਜੀ, ਸੋਚਦਾ ਹਰ ਕੋਈ। ਔਰ ਜਿੱਥੇ ਗਲਤ ਅਸੀਂ ਔਰਤਾਂ ਦੀ ਗੱਲ ਕਰੀਏ, ਕਿਉਂਕਿ ਜਿੰਨਾ ਔਰਤਾਂ ਮੈਂ ਕੰਮ ਕਰਦੀ ਆ ਉਹ ਇੱਕ ਕਮਰਾ ਹੁੰਦਾ ਉਹਨਾਂ ਕੋਲੇ, ਉੱਥੇ ਉਹਨਾਂ ਦੀ ਮੱਝ ਬੰਨੀ ਹੁੰਦੀ ਹੈ, ਉੱਥੇ ਉਹਨਾਂ ਦਾ ਚੁੱਲ੍ਹਾ ਹੁੰਦਾ ਤੇ ਉਸੇ ਚੁੱਲ੍ਹੇ ਤੇ ਰੋਟੀਆਂ ਬਣਾਉਂਦੇ ਹੋਏ ਮੱਝ ਦੀ ਪੁੱਛਾਂ ਦੇ ਜਿਹੜਾ ਗੋਹਾ ਕੂੜਾ ਉਹਨਾਂ ਤਵੇ ਤੇ ਪੈਂਦਾ, ਮੈਂ ਉਹਨਾਂ ਘਰਾਂ ਵਿੱਚ ਕੰਮ ਕਰਦੀ ਹਾਂ। ਤੇ ਸਾਨੂੰ ਸੋਚਣਾ ਪਏਗਾ ਕਿ ਇੱਕ ਅਸੀਂ ਮੰਚ ਬਣਾਇਆ, ਸੰਯੁਕਤ ਨਾਰੀ ਮੰਚ, ਜਿਸ ਤਰ੍ਹਾਂ ਉਹ 32 ਜਥੇਬੰਦੀਆਂ ਇਕੱਠੀਆਂ ਹੋਈਆਂ, ਉਹਨਾਂ ਨੇ ਕੋਈ ਘੋਲ ਲੜਿਆ, ਆ ਲੋਕ ਅਸੀਂ ਵੇਖਣਾ ਹੋਵੇ ਤਾਂ ਅਸੀਂ ਇੱਕ ਅੱਗੇ ਨੂੰ ਵਧਿਆ। ਪਰ ਜਿਹੜਾ ਔਰਤ ਦਾ ਸਵਾਲ ਆ ਜਿਵੇਂ ਡਾਕਟਰ ਨਵਸ਼ਰਨ ਕੌਰ ਬੋਲ ਕੇ ਗਏ ਨੇ, ਬਹੁਤ ਵਧੀਆ ਉਹਨਾਂ ਨੇ ਸਵਾਲ ਉਠਾਏ ਕਿ ਸਾਨੂੰ ਸੰਬੋਧਨ ਹੋਣਾ ਪੈਣਾ ਇਹ ਚੀਜ਼ ਨੂੰ ਕਿ ਜੇ ਅਸੀਂ ਕਹੀਏ ਕਿ ਔਰਤ ਮੁਕਤੀ ਦੇ ਸਵਾਲ ਨੂੰ ਅਸੀਂ ਕਿਸੇ ਦੇ ਮੋਢੇ ਤੇ ਧੱਕ ਕੇ ਚਲਾਵਾਂਗੇ, ਅਸੀਂ ਕਹੀਏ ਕਿਸਾਨ ਔਰਤਾਂ ਦੇ ਹੱਕ 'ਚ ਬੋਲ ਕੇ ਲੜਾਈ ਲੜਨ, ਇਹ ਨਹੀਂ ਹੋਣਾ। ਜੇ ਅੱਜ ਇੱਥੇ ਔਰਤਾਂ ਨਾਲ ਅਪਰਾਧ ਵੱਧ ਰਿਹਾ ਹੈ, ਔਰਤਾਂ ਦੇ ਹੱਕ ਮਾਰੇ ਜਾ ਰਹੇ ਨੇ, ਤਾਂ ਜਦੋਂ ਤੱਕ ਇਹ ਮੰਚ, ਇਹ ਨਾਰੀ, ਇਹ ਮਹਿਲਾਵਾਂ ਆਪਣੀ ਜਥੇਬੰਦੀਆਂ ਨੂੰ ਮਜ਼ਬੂਤ ਕਰਕੇ ਇੱਕ ਵੱਡਾ ਕੋਲ ਖੜਾ ਨਹੀਂ ਕਰਦੀਆਂ, ਉਦੋਂ ਤੱਕ ਅਸੀਂ ਇਹ ਚੀਜ਼ ਲਈ ਲੜੀ ਜਾਣਾ ਜਾਂ ਜੋ ਤੇਰੇ ਹੋ ਗਿਆ ਜੋ ਤੇਰੇ ਹੋ ਗਿਆ, ਇਹ ਹੋ ਹੀ ਜਾਣਾ। ਕਦੇ ਨਿਰਭੈ ਕੇਸ ਵਾਪਰਦਾ, ਫਿਰ ਕਦੇ ਇੱਥੇ ਫਰੀਦਕੋਟ ਦੇ ਵਿੱਚ ਕੇਸ ਵਾਪਰਦਾ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸ ਨੇ ਜਿਹੜੇ ਖਾਸ ਕਰਕੇ ਜਿਹੜੇ ਗਲਤ ਔਰਤਾਂ ਨੇ, ਉਹਦਾ ਇੱਕ ਕੱਖਾਂ ਦੀ ਭਰੀ ਵੀ ਲੈ ਲਈ ਵੀ ਉਹਨਾਂ ਨੂੰ ਜਿਹੜਾ ਇਹ ਕਿਹਾ ਜਾਂਦਾ ਹੈ ਕਿ ਪਹਿਲਾਂ ਸਾਡੀ ਮੋਟਰ ਤੇ ਆ ਜਾ। ਇਹ ਹੋ ਰਿਹਾ ਕਿ ਇੱਕ ਕੱਖਾਂ ਦੀ ਭਰੀ ਬਦਲੇ ਜੇ ਔਰਤ ਨੂੰ ਆਪਣੀ ਇੱਜ਼ਤ ਤੱਕ ਸਾਂਝੀ ਕਰਨੀ ਪੈਂਦੀ ਆ, ਕਿਉਂਕਿ ਸੰਵਿਧਾਨ ਕਹਿੰਦਾ ਕਿ ਤੀਜੇ ਹਿੱਸੇ ਦੀ ਜ਼ਮੀਨ ਉਹਨਾਂ ਦਲਤਾਂ ਦੀ ਹੈ, ਪਰ ਉਹ ਲੈਣ ਲਈ ਅੱਜ ਜੇ ਵੱਡੀ ਗਿਣਤੀ ਇਸ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਿੱਚ ਕੋਈ ਲੜ ਰਿਹਾ ਹੈ ਤਾਂ ਔਰਤਾਂ ਲੜ ਰਹੀਆਂ ਹਨ। मशाला मार के चलना जदों तक रात बाकी है, संभल के हर कदम रखना जदों तक रात बाकी है। ਇਹ ਇੱਕ ਤਰ੍ਹਾਂ ਦੀ ਕੌਮੀ ਕਨਵੈਨਸ਼ਨ ਹੋ ਨਿਬੜੀ ਕਿਉਂਕਿ ਦੂਰ ਦੂਰ ਤੋਂ ਸਪੀਕਰ ਆਈਆਂ ਸਨ। ਡਾਕਟਰ ਨਵਸ਼ਰਨ ਭਾਵੇਂ ਪਿੱਛੋਂ ਅੰਮ੍ਰਿਤਸਰ ਦੇ ਹਨ, ਉਹ ਦਿੱਲੀ ਕਾਰਜ ਖੇਤਰ ਉਹਨਾਂ ਦਾ ਨਵੀਂ ਦਿੱਲੀ ਹੈ, ਦਿੱਲੀ ਵਿੱਚ ਹੈ, ਦਿੱਲੀ ਵਿੱਚੋਂ ਵਿਚਰਦੇ ਹਨ। ਅਤੇ ਡਾਕਟਰ ਵੰਦਨਾ ਸ਼ਿਵਾ ਦੇਹਰਾਦੂਨ ਤੋਂ ਆਏ ਸਨ ਤੇ ਮੇਧਾ ਪਟਕਰ ਤਾਂ ਲਗਾਤਾਰ ਯਾਤਰਾ ਤੇ ਰਹਿੰਦੇ ਹਨ। ਉਹ ਨਰਮਦਾ ਬਚਾਓ ਅੰਦੋਲਨ ਨਾਲ ਜੁੜੇ ਹੋਏ ਹਨ, ਅੰਦੋਲਨ ਨਾਲ ਜੁੜੇ ਰਹੇ ਹਨ। ਉਹ ਆਦਿਵਾਸੀਆਂ ਅਤੇ ਦਲਿਤਾਂ ਲਈ ਬਹੁਤ ਵੱਡੇ ਪੱਧਰ ਤੇ ਕੰਮ ਕਰ ਰਹੇ ਹਨ। ਸਾਰੇ ਬੁਲਾਰਿਆਂ ਨੇ, ਸਾਰੀਆਂ ਬੁਲਾਰਾ ਔਰਤਾਂ ਨੇ ਬਹੁਤ ਵੱਡੇ ਮੁੱਦੇ ਉਠਾਏ ਅਤੇ ਪ੍ਰਕਿਰਤੀ ਨਾਲ ਜੋੜ ਕੇ ਖੇਤੀ ਕਰਨ ਤੇ ਜ਼ੋਰ ਦਿੱਤਾ। ਉਹਨਾਂ ਨੇ MSP ਦੀ ਵੀ ਗੱਲ ਉਠਾਈ। ਇਸ ਦੇ ਨਾਲ ਹੀ ਇਸ ਕਨਵੈਨਸ਼ਨ ਵਿੱਚ ਬਹੁਤ ਵੱਡੀਆਂ ਗੱਲਾਂ ਹੋਈਆਂ ਤੇ ਵੱਡੇ ਮਸਲਿਆਂ ਤੇ ਜ਼ਿਕਰ ਹੋਇਆ ਅਤੇ ਇਸ ਦੇ ਨਾਲ ਹੀ ਔਰਤਾਂ ਦੀ ਹੋਣੀ, ਔਰਤਾਂ ਨੂੰ ਬਰਾਬਰ ਦੀਆਂ ਉਜਰਤਾਂ, ਖਾਸ ਕਰਕੇ ਹਾਸ਼ੀਆਗਤ ਔਰਤਾਂ ਅਤੇ ਦਲਿਤ ਔਰਤਾਂ ਤੇ ਵੀ ਜ਼ਿਆਦਾ ਗੱਲ ਹੋਈ, ਉਹਨਾਂ ਦੀਆਂ ਉਜਰਤਾਂ ਤੇ ਗੱਲ ਹੋਈ। ਅਤੇ ਇਸ ਅੰਦੋਲਨ ਦੀ ਜਿਹੜੀ ਜਿੱਤ ਹੋਈ ਹੈ ਉਸ ਤੇ ਖੁਸ਼ੀ ਦੇ ਮਨਾਉਣ ਦੇ ਨਾਲ ਤਿੰਨੇ ਪ੍ਰਮੁੱਖ ਸਪੀਕਰਾਂ ਡਾਕਟਰ ਵੰਦਨਾ ਸ਼ਿਵਾ, ਮੇਧਾ ਪਟਕਰ ਅਤੇ ਨਵਸ਼ਰਨ ਨੇ ਇਹ ਵਾਰ-ਵਾਰ ਕਿਹਾ ਕਿ ਸਾਨੂੰ ਇਹਦੇ ਵਿੱਚ ਸੁਚੇਤ ਰਹਿਣ ਦੀ ਲੋੜ ਹੈ। ਇਹ ਫੈਸਲਾ ਅਚਾਨਕ ਆਇਆ ਜਾਪਦਾ ਹੈ ਪਰ ਇਸ ਤੇ ਲਗਾਤਾਰ ਪਹਿਰਾ ਦਿੱਤਾ ਜਾਣਾ ਹੈ। ਜਸਬੀਰ ਕੌਰ ਨੱਤ ਨੇ ਕਿਹਾ ਕਿ ਪਹਿਲਾਂ ਕਿਉਂਕਿ ਇਹ ਸੰਸਦ ਵਿੱਚ ਇਹ ਕਾਨੂੰਨ ਰੱਦ ਕੀਤੇ ਜਾਣੇ ਹਨ, ਉੱਥੇ ਕੀ ਲਿਖਿਆ ਜਾਂਦਾ ਹੈ, ਇਸ ਦੀ ਕੀ ਇਬਾਰਤ, ਕਿਹੋ ਜਿਹੀ ਭਾਸ਼ਾ ਲਿਖੀ ਜਾਂਦੀ ਹੈ ਇਹਨਾਂ ਨੂੰ ਰੱਦ ਕਰਨ ਲਈ, ਕਿਤੇ ਇਹ ਤਾਂ ਨਹੀਂ ਕਿ ਦੁਬਾਰਾ ਇਹ ਬੁਰੇ ਢੰਗ ਨਾਲ ਇਹਨਾਂ ਨੂੰ ਢਾਹ ਲਿਆ ਜਾਵੇਗਾ ਆਮ ਲੋਕਾਂ ਨੂੰ। ਸੋ ਇਹਦੇ ਬਾਰੇ ਵਧੀਆ ਚਰਚਾ ਕੀਤੀ ਗਈ ਅਤੇ ਇਸ ਦੇ ਦੌਰਾਨ ਹੀ ਕੁਝ ਮਤੇ ਪਾਸ ਕੀਤੇ ਗਏ ਇਸ ਕਨਵੈਨਸ਼ਨ ਵੱਲੋਂ। ਇਸ ਕਨਵੈਨਸ਼ਨ ਵਿੱਚ ਔਰਤਾਂ ਦੀਆਂ ਵੱਖ-ਵੱਖ ਜਥੇਬੰਦੀਆਂ ਸ਼ਾਮਲ ਸਨ, ਵੱਡੀ ਗਿਣਤੀ, ਅਤੇ ਪੰਜਾਬ ਦੇ ਦੁਰੇਡੇ ਪਿੰਡਾਂ ਤੋਂ ਵੀ ਔਰਤਾਂ, ਮਾਨਸਾ ਦੇ ਬਿਲਕੁਲ ਧੁਰ ਅੰਦਰ ਲਿੰਕ ਸੜਕਾਂ ਤੇ ਪੈਂਦੇ ਪਿੰਡਾਂ ਤੋਂ, ਅੰਮ੍ਰਿਤਸਰ ਤੋਂ, ਸੰਗਰੂਰ ਤੋਂ, ਗੱਲ ਕੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਲੜਕੀਆਂ, ਮੁਟਿਆਰਾਂ ਅਤੇ ਔਰਤਾਂ ਪਹੁੰਚੀਆਂ ਹੋਈਆਂ ਸਨ ਅਤੇ ਇਸ ਕਨਵੈਨਸ਼ਨ ਨੂੰ ਚੰਗਾ ਹੁੰਗਾਰਾ ਮਿਲਿਆ।
ਚੰਡੀਗੜ੍ਹ ਤੇ ਇਸ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਕਿਸਾਨ, ਸਰਗਰਮ ਕਾਰਕੁਨ ਅਤੇ ਔਰਤਾਂ ਨੇ ਵੀ ਇਸ ਕਨਵੈਨਸ਼ਨ ਵਿੱਚ ਸ਼ਮੂਲੀਅਤ ਕੀਤੀ। ਅਤੇ ਦਿਲਚਸਪ ਗੱਲ ਹੈ ਕਿ ਵਾਰ-ਵਾਰ ਮੇਧਾ ਪਟਕਰ ਨੇ ਲਗਾਤਾਰ, ਕਿਉਂਕਿ ਉਹ ਲਗਾਤਾਰ ਸੰਘਰਸ਼ਾਂ ਵਿੱਚ ਲੋਕ ਘੋਲਾਂ ਵਿੱਚੋਂ ਸਰਗਰਮ ਰਹਿੰਦੇ ਹਨ, ਉਹਨਾਂ ਨੇ ਵਾਰ-ਵਾਰ ਗੀਤਾਂ ਦਾ ਜ਼ਿਕਰ ਕੀਤਾ ਜੋ ਉਹ ਉਹਨਾਂ ਆਦਿਵਾਸੀਆਂ ਤੇ ਦਲਿਤਾਂ ਵਿੱਚ ਜਾ ਕੇ ਉਹਨਾਂ ਨਾਲ ਰਲ ਕੇ ਗਾਉਂਦੇ ਹਨ। ਅਤੇ ਨਵਸ਼ਰਨ ਨੇ ਆਰਥਿਕਤਾ ਦੀ ਗੱਲ ਕੀਤੀ, ਔਰਤਾਂ ਦੀ ਆਰਥਿਕਤਾ ਦੀ, ਔਰਤਾਂ ਨੂੰ ਮਿਲਦੀਆਂ ਉਜਰਤਾਂ ਦੀ ਗੱਲ ਕੀਤੀ। ਡਾਕਟਰ ਵੰਦਨਾ ਸ਼ਿਵਾ ਨੇ ਖੇਤੀ ਨੂੰ ਦੇ ਖਰਚੇ ਘਟਾ ਕੇ ਪ੍ਰਕਿਰਤਿਕ ਢੰਗ ਨਾਲ ਖੇਤੀ ਕਰਨ ਅਤੇ ਕਾਰਪੋਰੇਟਾਂ ਦਾ ਜੂੜਾ ਗਲੋਂ ਲਾਉਣ ਦਾ ਸੱਦਾ ਦਿੱਤਾ ਤੇ ਉਹਨਾਂ ਨੇ ਬਹੁਤ ਸਾਰੇ ਤੱਥ ਪੇਸ਼ ਕੀਤੇ। ਅਤੇ ਮਨਸੈਂਟੋ ਨੂੰ ਹੁਣ ਜਿਸ ਨੂੰ ਇਹਨੇ ਕਿ ਬਾਇਰ ਨੇ ਖਰੀਦ ਲਿਆ ਹੈ, ਅਤੇ ਕਾਰਗਿਲ ਵਰਗੀਆਂ ਜਿਹੜੀਆਂ ਵੱਡੀਆਂ ਕਾਰਪੋਰੇਸ਼ਨਾਂ ਨੇ ਜਿਹੜੀਆਂ ਦੁਨੀਆ ਭਰ ਤੇ ਕਬਜ਼ਾ ਜਮਾਉਣਾ ਚਾਹ ਰਹੀਆਂ ਨੇ, ਮਾਈਕਰੋਸਾਫਟ ਅਤੇ ਬਿਲ ਗੇਟਸ ਦੇ ਖਿਲਾਫ ਆਪਣੇ ਸੰਘਰਸ਼ਾਂ ਦਾ ਸਾਰਾ ਜ਼ਿਕਰ ਕੀਤਾ ਅਤੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਬਹੁਤ ਸੁਚੇਤ ਰਹਿਣ ਕਾਰਪੋਰੇਟਾਂ ਦੇ ਜੂੜੇ ਦੇ ਖਿਲਾਫ। ਅਤੇ ਨਾਲ ਹੀ ਉਹਨਾਂ ਨੇ ਸਾਰੇ ਲੋਕਾਂ ਨੂੰ ਇਹ ਵੀ ਕਿਹਾ ਕਿ ਉਹ ਇਸ ਅੰਦੋਲਨ ਨੂੰ ਅੱਗੇ ਤੋਰਨ ਲਈ ਤਿਆਰ ਰਹਿਣ। ਤੇ ਜਸਬੀਰ ਕੌਰ ਨੱਤ ਹੋਰਾਂ ਨੇ ਵੀ ਕਿਹਾ ਕਿ ਇਹ ਅੰਦੋਲਨ ਜਾਰੀ ਰਹੇਗਾ। ਮੇਧਾ ਪਟਕਰ ਦਾ ਵੀ ਕਹਿਣਾ ਸੀ ਕਿ ਇਹ ਸਾਡਾ ਇਹ ਅੰਦੋਲਨ ਜਾਰੀ ਰਹੇਗਾ। ਅੰਦੋਲਨ ਤੋਂ ਇਹ ਸਾਰੇ ਕਨਵੈਨਸ਼ਨ ਦੇ ਮਗਰੋਂ ਮਤੇ ਪੜ੍ਹੇ ਗਏ ਇਸ ਕਨਵੈਨਸ਼ਨ ਦੇ, ਅਤੇ ਨਾਲ ਹੀ ਇਸ ਦੇ ਅੰਤ ਨਹੀਂ ਆਖਾਂਗੇ, ਇੱਕ ਸ਼ੁਰੂਆਤ ਮੰਨੋ ਭਾਵੇਂ, ਅਨੀਤਾ ਸ਼ਬਦੀਸ਼ ਦੇ ਗਰੁੱਪ ਨੇ ਗੀਤ ਪੇਸ਼ ਕੀਤਾ ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ। ਤੁਸੀਂ ਸੁਣ ਰਹੇ ਹੋ ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।